8th क्लास ਦਾ ਯੂਨਿਟ 3 ਕੁਆਡਰੀਲੇਟਰਲਸ ਇਹਦੀ ਐਕਸਰਸਾਈਜ਼ 3.3 ਕਰਾਂਗੇ ਅੱਜ ਅਸੀਂ 3.3 ਐਕਸਰਸਾਈਜ਼ ਕਰਨ ਤੋਂ ਪਹਿਲਾਂ ਮੈਂ ਕੀ ਕਰਨਾ ਚਾਹੁੰਦੇ ਹਾਂ ਮੈਂ ਤੁਹਾਨੂੰ ਜਿੰਨੀਆਂ ਵੀ ਕਨਵੈਕਸ ਕੁਆਡਰੀਲੇਟਰਲ ਦੀਆਂ ਟਾਈਪਸ ਹੈ ਉਹਦੀਆਂ ਕੱਲੀ ਟਾਈਪ ਦੀ ਪ੍ਰੋਪਰਟੀਜ਼ ਤੁਹਾਨੂੰ ਦੱਸਣਾ ਚਾਹੁੰਦੇ ਹਾਂ ਠੀਕ ਹੈ ਉਹ ਪ੍ਰੋਪਰਟੀਜ਼ ਨੂੰ ਅਸੀਂ ਲਰਨ ਕਰਾਂਗੇ ਅਲੱਗ-ਅਲੱਗ ਕਨਵੈਕਸ ਕੁਆਡਰੀਲੇਟਰਲਸ ਜਿਹੜੀਆਂ ਨੇ ਉਹ ਕਿਹੜੇ ਡਿਫਰੈਂਟ ਵੇਜ਼ ਆ ਕਿਹੜੀ ਡਿਫਰੈਂਟ ਪ੍ਰੈਕਟੀਕਲ ਅਪਰੋਚਿਸ ਹੈ ਜਿਨ੍ਹਾਂ ਦੇ ਨਾਲ ਅਸੀਂ ਉਹਨਾਂ ਨੂੰ ਬਣਾ ਸਕਦੇ ਹਾਂ ਅਸੀਂ ਇਹ ਸਿੱਖਾਂਗੇ ਆਓ ਫਿਰ 3.3 ਕਰਨ ਤੋਂ ਪਹਿਲਾਂ ਉਹਨਾਂ ਪ੍ਰੋਪਰਟੀਜ਼ ਨੂੰ ਵਧੀਆ ਤਰੀਕੇ ਨਾਲ ਸਮਝੀਏ ਐਂਡ ਵਧੀਆ ਤਰੀਕੇ ਨਾਲ ਐਬਜ਼ੌਰਬ ਕਰੀਏ 3 ਦੇ ਵਿੱਚ ਜਿਹੜਾ ਮੇਨ ਇੰਪੋਰਟੈਂਟ ਰੂਲ ਹੈ ਉਹ ਹੈ ਇਹਨਾਂ ਸੈਟ ਸਕੇਲਸ ਦਾ ਜੋ ਸਾਡੇ ਜਿਓਮੈਟਰੀ ਬਾਕਸ ਦੇ ਵਿੱਚ ਨਵੇਂ ਦੇ ਨਵੇਂ ਪਏ ਰਹਿੰਦੇ ਆ ਕਦੀ ਵੀ ਅਸੀਂ ਇਹਨਾਂ ਨੂੰ ਨਹੀਂ ਛੇੜਦੇ ਸਭ ਕੁਝ ਯੂਜ਼ ਕਰਦੇ ਆ ਜਿਓਮੈਟਰੀ ਬਾਕਸ ਦੇ ਵਿੱਚ ਸਕੇਲ ਯੂਜ਼ ਕਰਦੇ ਆ ਪੈਨਸਲ ਯੂਜ਼ ਕਰਦੇ ਆ ਕੰਪਸ ਯੂਜ਼ ਕਰਦੇ ਆ ਡਿਵਾਈਡਰ ਯੂਜ਼ ਕਰਦੇ ਆ ਆਪਣਾ ਡੀ ਯੂਜ਼ ਕਰਦੇ ਆ ਜਿਹਨੂੰ ਪ੍ਰੋਟੈਕਟਰ ਵੀ ਕਹਿੰਦੇ ਆ ਨਾ ਸਭ ਕੁਝ ਯੂਜ਼ ਕਰਦੇ ਆ ਬਟ ਇਹਨਾਂ ਵਿਚਾਰਿਆਂ ਦੀ ਕਦੀ ਵਾਰੀ ਨਹੀਂ ਆਉਂਦੀ ਠੀਕ ਹੈ ਚਲੋ ਫਿਰ ਅੱਜ ਇਹਨਾਂ ਨੂੰ ਯੂਜ਼ 'ਚ ਲੈ ਕੇ ਆਉਂਦੇ ਆ ਇਹਨਾਂ ਤੋਂ ਬਹੁਤ ਸਾਰੇ ਇਨੋਵੇਟਿਵ ਆਈਡੀਆਜ਼ ਨਿਕਲਦੇ ਨੇ 3.3 ਕਰਨ ਤੋਂ ਪਹਿਲਾਂ ਅਸੀਂ ਕੁਝ ਇੰਪੋਰਟੈਂਟ ਪ੍ਰੋਪਰਟੀਜ਼ ਨੂੰ ਸਟੱਡੀ ਕਰਾਂਗੇ ਕਿ ਇਹਨਾਂ ਦੀਆਂ ਇੰਪੋਰਟੈਂਟ ਪ੍ਰੋਪਰਟੀਜ਼ ਨੂੰ ਕਨਵੈਕਸ ਕੁਆਡਰੀਲੇਟਰਲਸ ਤੇ ਉਹਨਾਂ ਦੀਆਂ ਟਾਈਪਸ ਨੂੰ ਠੀਕ ਹੈ ਬ੍ਰੌਡਲੀ ਕਹਾਂ ਤਾਂ ਜਿਹੜੀ ਕਨਵੈਕਸ ਕੁਆਡਰੀਲੇਟਰਲ ਹੈ ਹੁਣ ਕਨਵੈਕਸ ਕੁਆਡਰੀਲੇਟਰਲ ਮੀਨਸ ਜਿਹਦੀਆਂ ਚਾਰ ਸਾਈਡਸ ਜਿਹਦੇ ਡਾਇਗਨਲਸ ਕਿੱਥੇ ਹੋਣਗੇ ਉਹਦੇ ਇੰਟੀਰੀਅਰ ਪਾਰਟ ਦੇ ਵਿੱਚ ਹੋਣਗੇ ਠੀਕ ਹੈ ਕੋਈ ਵੀ ਐਂਗਲ 180 ਤੋਂ ਉੱਪਰ ਨਹੀਂ ਹੋਊਗਾ ਇਹੀ ਕਹਿੰਦੇ ਸੀ ਤੋ ਇਹਦੇ ਵਾਸਤੇ ਜੇਕਰ ਮੈਂ ਦੇਖਾਂ ਤਾਂ ਮੈਂ ਕੀ ਕੀਤਾ ਦੇਖੋ ਦੋ ਸੈਟ ਸਕੇਲ ਲੈ ਲਏ ਜਿਹੜੇ ਤੁਹਾਨੂੰ ਦਿਖਾਏ ਹੈ ਇਹ ਤੁਹਾਨੂੰ ਪਹਿਲਾਂ ਦਿਖਾਇਆ ਹੈ ਇਹ ਥੋੜੇ ਛੋਟੇ ਨੇ ਇਹ ਥੋੜੇ ਵੱਡੇ ਨੇ ਠੀਕ ਹੈ ਕਹਿ ਲਓ ਇਸੇ ਚੀਜ਼ ਨੂੰ ਜਦੋਂ ਜ਼ੂਮ ਕਰ ਲਿਆ ਤਾਂ ਉਹ ਚੀਜ਼ ਤੁਹਾਨੂੰ ਇਦਾਂ ਦਿਖਦੀ ਸੀ ਮੈਂ ਕੀ ਕੀਤਾ ਇਹਨਾਂ ਨੂੰ ਇਦਾਂ ਕਨੈਕਟ ਕਰ ਦਿੱਤਾ ਠੀਕ ਕਿਉਂ ਮੈਂ ਚਾਹੁੰਦਾ ਸੀ ਮੇਰੇ ਕੋਲ ਇੱਕ ਕਲੋਜ਼ਡ ਫਿਗਰ ਬਣ ਜਾਏ ਤੋ ਦੇਖੋ ਧਿਆਨ ਦੇਣਾ 1 ਸਾਈਡ 2 ਸਾਈਡ 3 ਸਾਈਡ 4 ਸਾइड्स ठीक है तो 4 साइड्स हो गई क्लोज फिगर होगी हर एक जोड़ा एंगल है वो 180 तो छोटा है तो कन्वैक्स क्वाड्रिलेटरल बन गई हुण ये जिहड़ी कन्वैक्स क्वाड्रिलेटरल है हुण देखो सेट स्केल्स का यूज होना शुरू हो गया थोड़ा थोड़ा है ना तो ये जिहड़ी कन्वैक्स क्वाड्रिलेटरल है इहदियां फर्दर साडे कोल कितनियां टाइप्स है 6 टाइप्स है पहला ट्रपेजियम ठीक है चार्ट दिमाग दे विच बिठा लेना अपने प्रॉपरली ट्रपेजियम और एरोज कन्वैक्स क्वाड्रिलेटरल किधर चलेगी ट्रपेजियम दे विच ते कन्वैक्स क्वाड्रिलेटरल किधर चलेगी काइट दे विच ठीक है जी हुण जिहड़ी ट्रपेजियम है वो आइसोसेलेस ट्रपेजियम भी हो सकती है ठीक है इस चीज़ ਨੂੰ ਅਸੀਂ ਬਾਅਦ डिस्कस करांगे इधर आओ ट्रपेजियम तो एरोज किधर ਨੂੰ जा रहे हैं पैरेललोग्राम ਨੂੰ जा रहे हैं ठीक तो ਇਹਦਾ मतलब पैरेललोग्राम की एक टाइप ਦੀ ट्रपेजियम है फिर ਅੱਗੇ पैरेललोग्राम ਤੋਂ ਅੱਗੇ ਕੀ ਹੋ ਰਿਹਾ देखिए तो एक नेटवर्क ਜਿਹਾ ਬਣਿਆ ਹੋਇਆ पैरेललोग्राम तो दो साइड्स निकलियां एक रेक्टेंगल वाल चली गई किधर चली गई रोम्बस वाले पासे फिर ये दोनों कित्थे आके कनैक्ट हो गई स्केयर नूं आके कनैक्ट हो गई ठीक है तो इस चार्ट नूं अपने दिमाग दे विच वधिया तरीके नाल रखना कि कन्वैक्स क्वाड्रिलेटरल दीयां जिहड़ियां 6 टाइप्स ने किहड़ियां ने ट्रपेजियम काइट या चलो उल्टा स्टार्ट करते हैं काइट ट्रपेजियम पैरेललोग्राम ठीक है पैरेललोग्राम इज आ ट्रपेजियम देन अगे रेक्टेंगल पैरेललोग्राम तो रेक्टेंगल ठीक रेक्टेंगल दे नाल ही पैरेललोग्राम तो की निकलदा पिया रोम्बस आंदा पिया देन थल्ले की आ रहा एंड दे विच तुहाडे कोले की आ रहा स्केयर आ रहा ठीक है तो हुण असीं वारी वारी की करना इन्हां चों हर एक दी प्रॉपर्टी इन्हां दी फॉर्मेशन सब तो पहला इन्हां दी फॉर्मेशन इन्हां दी प्रॉपर्टीज स्टडी करनी आ किद्दां ਇਹ ਬਣਦੇ ਨੇ ਇਹਨਾਂ ਦੀਆਂ ਕਿਹੜੀਆਂ ਪ੍ਰੋਪਰਟੀਜ਼ ਹੁੰਦੀਆਂ ਨੇ ਇਹਨਾਂ ਦੀਆਂ ਸਾਈਡਸ ਇਹਨਾਂ ਦੇ ਐਂਗਲਸ ਇਹਨਾਂ ਦੇ ਡਾਇਗਨਲਸ ਠੀਕ ਉਸ ਤੋਂ ਬਾਅਦ ਇਹਨਾਂ ਦੇ ਆਪਸ ਦੇ ਵਿੱਚ ਰਿਲੇਸ਼ਨ ਕੀ ਹੈ ਕੀ ਅਸੀਂ ਪੈਰਲਲੋਗ੍ਰਾਮ ਨੂੰ ਟ੍ਰਪੇਜ਼ੀਅਮ ਕਹਿ ਸਕਦੇ ਹਾਂ ਕੀ ਅਸੀਂ ਰੋਮਬਸ ਨੂੰ ਟ੍ਰਪੇਜ਼ੀਅਮ ਕਹਿ ਸਕਦੇ ਹਾਂ ਕੀ ਅਸੀਂ ਰੋਮਬਸ ਨੂੰ ਕਾਈਟ ਕਹਿ ਸਕਦੇ ਹਾਂ ਕੀ ਕਾਈਟ ਨੂੰ ਰੋਮਬਸ ਕਹਿ ਸਕਦੇ ਹਾਂ ਇਦਾਂ ਦੇ ਕੁਐਸਚਨਸ ਨੇ ਜਿਹੜੇ ਅਸੀਂ ਸੋਲਵ ਕਰਾਂਗੇ ਸੋ ਕਨਵੈਕਸ ਕੁਆਡਰੀਲੇਟਰਲ ਦੀ ਜੋ ਫਸਟ टाइप आप करांगे वो लावांगे असी काइट ठीक है देखिए काइट बनाने वास्ते मैं की किया मैं दो सेट स्केयर्स ले
ਸੈਟ ਸਕੇਅਰਸ ਦੀ ਖਾਸੀਅਤ ਕੀ ਹੈ, ਸਪੈਸ਼ਲਿਟੀ ਕੀ ਹੈ? ਦੋਨੋਂ ਸੈਟ ਸਕੇਅਰ ਬਿਲਕੁਲ ਇੱਕੋ ਹੀ ਹੈ, ਠੀਕ ਹੈ। ਤਾਂ ਮੈਨੂੰ ਕੀ ਕਹਾਂ, ਮੈਂ ਕਹਾਂ ਮੈਂ ਆਈਡੈਂਟੀਕਲ ਸੈਟ ਸਕੇਅਰਸ ਲਏ ਜਾਂ ਮੈਂ ਆਈਡੈਂਟੀਕਲ ਪੇਅਰ ਲਿਆ ਸੈਟ ਸਕੇਅਰਸ ਦਾ। ਹੁਣ ਸੈਟ ਸਕੇਅਰਸ ਹੋ ਗਏ, ਹੋਰ ਇਹਨੂੰ ਹੋਰ ਮੈਂ ਕਿੱਦਾਂ ਸਮਝਾ ਸਕਦੇ ਹਾਂ? ਮੈਂ ਦੋ ਕੰਗਰੂਐਂਟ ਟ੍ਰਾਇੰਗਲਸ ਲਈਆਂ। ਮੇਰੇ ਕੋਲ ਆ ਸੈਟ ਸਕੇਅਰ ਵੀ ਇੱਕ ਟ੍ਰਾਇੰਗਲ ਆ ਸੈਟ ਸਕੇਅਰ ਵੀ ਇੱਕ ਟ੍ਰਾਇੰਗਲ ਆ। ਮੈਂ ਕੀ ਕੀਤਾ, ਦੋ ਕੰਗਰੂਐਂਟ ਟ੍ਰਾਇੰਗਲਸ ਲਈਆਂ, ਉਹਨਾਂ ਨੂੰ ਇੱਕ ਪਾਰਟੀਕੂਲਰ ਫੈਸ਼ਨ ਦੇ ਵਿੱਚ ਅਰੇਂਜ ਕੀਤਾ, ਤਾਂ ਮੇਰੇ ਕੋਲ ਇੱਕ ਕਾਈਟ ਦੀ ਸ਼ੇਪ ਆ ਗਈ, ਠੀਕ ਹੈ। ਹੁਣ ਕਾਈਟ ਨੂੰ ਡਿਫਾਈਨ ਕਰਨਾ ਇਨ ਦ ਟਰਮਸ ਆਫ ਇਟਸ ਪ੍ਰੋਪਰਟੀਜ਼, ਤਾਂ ਕੀ ਦਿਖਦਾ ਪਿਆ ਦੇਖੀਏ। ਐਡਜੈਸੈਂਟ ਸਾਈਡਸ ਜਿਹੜੀਆਂ ਹੁੰਦੀਆਂ ਨੇ ਕਾਈਟ ਦੀਆਂ, ਠੀਕ ਹੈ, ਉਹਨਾਂ ਦੀ ਜਿਹੜੀ ਲੈਂਥ ਹੁੰਦੀ ਹੈ ਇਕੁਅਲ ਹੁੰਦੀ ਹੈ, ਜਦ ਕਿ ਦੂਸਰੇ ਐਡਜੈਸੈਂਟ ਜਿਹੜੀਆਂ ਸਾਈਡਸ ਦਾ ਪੇਅਰ ਹੈ ਉਹਨਾਂ ਦੀ ਲੈਂਥ ਵੀ ਇਕੁਅਲ ਹੁੰਦੀ ਹੈ। ਹੁਣ ਦੇਖ ਲਓ, ਦਿਖਦਾ ਪਿਆ ਨਾ ਸੈਟ ਸਕੇਅਰ ਦੇ ਵਿੱਚੋਂ ਸਾਡੇ ਕੋਲ ਇਹ ਸਾਈਡ ਇਸ ਸਾਈਡ ਦੇ ਇਕੁਅਲ ਹੈ, ਇਹ ਸਾਈਡ ਇਸ ਸਾਈਡ ਦੇ ਇਕੁਅਲ ਹੈ, ਠੀਕ ਹੈ। ਇਹ ਗੱਲ ਕਲੀਅਰ ਹੋ ਗਈ। ਹੁਣ ਗੱਲ ਆਂਦੀ ਪਈ ਹੈ ਕਿ ਜਿਹੜੇ ਕਾਈਟ ਹੈ, ਨੋ ਡਾਊਟ ਮੈਂ ਕੀ ਕੀਤਾ, ਜਿੱਦਾਂ ਹੁਣ ਮੇਰੇ ਕੋਲ ਇਸ ਸੇਮ ਇਹੀ ਚੀਜ਼ ਨੂੰ ਮੈਂ ਦੋ ਵੱਡੇ ਸੈਟ ਸਕੇਅਰ ਨਾਲ ਲਿਆ ਹੋਇਆ, ਦੋ ਸੈਟ ਸਕੇਅਰ ਸਾਈਡ 'ਤੇ ਸੀ, ਮੈਂ ਉਹਨਾਂ ਨੂੰ ਜੋੜ ਦਿੱਤਾ, ਠੀਕ ਹੈ। ਦੋ ਸੈਟ ਸਕੇਅਰ ਸਾਈਡ 'ਤੇ ਸੀ, ਉਹਨਾਂ ਨੂੰ ਜੋੜ ਦਿੱਤਾ, ਤਾਂ ਮੇਰੇ ਕੋਲ ਕੀ ਬਣ ਗਿਆ, ਇੱਕ ਕਾਈਟ ਬਣ ਗਿਆ। ਪਰ ਜੇ ਇੱਕ ਪ੍ਰੈਕਟੀਕਲੀ ਸਮਝਾਉਣਾ ਹੋਵੇ, ਇੱਕ ਪ੍ਰੈਕਟੀਕਲ ਵੇ ਦੱਸਣਾ ਹੋਵੇ ਕਿ ਕਾਈਟ ਕਿੱਦਾਂ ਬਣਦਾ ਹੈ, ਉਹਨੂੰ ਕਿੱਦਾਂ ਦੱਸ ਸਕਦੇ ਆ। ਸੋ ਹਾਊ ਕਾਈਟ ਕੈਨ ਬੀ ਫਾਰਮਡ, ਆਓ ਦੇਖੀਏ। ਕਾਈਟ ਦੀ ਫਾਰਮੇਸ਼ਨ ਦੇਖੋ, ਕਿਹੜਾ ਡਿਫਰੈਂਟ ਵੇ ਆ, ਮੋਡ ਹੈ ਜਿਹਦੇ ਨਾਲ ਅਸੀਂ ਕਾਈਟ ਨੂੰ ਜਨਰੇਟ ਕਰ ਸਕਦੇ ਹਾਂ, ਬਣਾ ਸਕਦੇ ਹਾਂ ਸੈਟ ਸਕੇਅਰਸ ਦੀ ਹੈਲਪ ਦੇ ਨਾਲ। ਫਿਲਹਾਲ ਤੁਸੀਂ ਦੇਖ ਰਹੇ ਹੋ ਕਿ ਮੈਂ ਦੋ ਸੈਟ ਸਕੇਅਰਸ ਨੂੰ ਸੈਟਅਪ ਕੀਤਾ, ਠੀਕ ਹੈ। ਤੁਹਾਨੂੰ ਦਿਖਦਾ ਪਿਆ ਇਹਨਾਂ ਨੂੰ ਮੈਂ ਕਨੈਕਟ ਕਰ ਦਿੱਤਾ, ਜੋੜ ਦਿੱਤਾ, ਠੀਕ ਹੈ। ਪਰ ਹੁਣ ਅਸੀਂ ਦੇਖਾਂਗੇ ਅਸੀਂ ਇੱਕ ਮਿਰਰ ਦੀ ਹੈਲਪ ਦੇ ਨਾਲ ਕਿੱਦਾਂ ਕਾਈਟ ਨੂੰ ਬਣਾ ਸਕਦੇ ਹਾਂ। ਤਾਂ ਮੈਂ ਕੀ ਕੀਤਾ, ਬਿਲਕੁਲ ਇਹਦੇ ਸੈਂਟਰ ਦੇ ਵਿੱਚ ਮਿਰਰ ਰੱਖ ਦਿੱਤਾ। ਮਿਰਰ ਰੱਖਣ ਤੋਂ ਬਾਅਦ ਜਦੋਂ ਮੈਂ ਉਹਦਾ ਇਮੇਜ ਦੇਖ ਰਹੇ ਪਏ ਹਾਂ, ਮਿਰਰ ਦੇ ਵਿੱਚ ਦੇਖ ਰਹੇ ਹਾਂ, ਧਿਆਨ ਨਾਲ ਦੇਖੋ, ਇੱਕ ਕੰਪਲੀਟ ਕਾਈਟ ਨਜ਼ਰ ਆਊਗਾ ਤੁਹਾਨੂੰ। ਬਾਹਰ ਸਿਰਫ ਤੇ ਸਿਰਫ ਇੱਕ ਤੁਹਾਡੇ ਕੋਲੇ ਸੈਟ ਸਕੇਅਰ ਪਿਆ, ਪਰ ਇਹਦਾ ਇਮੇਜ ਇਹਦੇ ਨਾਲ ਜੋੜਨ ਤੇ ਤੁਹਾਨੂੰ ਕੰਪਲੀਟ ਇੱਕ ਕਾਈਟ ਨਜ਼ਰ ਆਊਗਾ। ਤੋ ਰਿਫਲੈਕਸ਼ਨ ਦੀ ਹੈਲਪ ਦੇ ਨਾਲ ਅਸੀਂ ਕੀ ਕੀਤਾ, ਰਿਫਲੈਕਸ਼ਨ ਤੇ ਸੈਟ ਸਕੇਅਰਸ ਦੀ ਹੈਲਪ ਦੇ ਨਾਲ ਅਸੀਂ ਕਾਈਟ ਨੂੰ ਬਣਾਇਆ। ਹੁਣ ਇਹ ਕਰਨ ਤੋਂ ਬਾਅਦ ਕਾਈਟ ਦੀਆਂ ਹੁਣ ਕੁਝ ਪ੍ਰੋਪਰਟੀਜ਼ ਦੇਖੀਏ। ਅਸੀਂ ਕਹਿੰਦੇ ਹਾਂ ਕਾਈਟ ਦੀਆਂ ਐਡਜੈਸੈਂਟ ਸਾਈਡਸ ਕੀ ਹੁੰਦੀਆਂ ਨੇ, ਇਕੁਅਲ ਹੁੰਦੀਆਂ ਨੇ। ਦੇਖੋ ਸੇਮ ਸੈਟ ਸਕੇਅਰ ਦੂਸਰੇ ਪਾਸੇ ਪਿਆ, ਜੋ ਇਹ ਸਾਈਡ ਆ ਉਹੀ ਐਡਜੈਸੈਂਟ ਸਾਈਡਸ ਆ, ਤਾਂ ਐਡਜੈਸੈਂਟ ਸਾਈਡਸ ਇਕੁਅਲ ਹੋ ਗਈਆਂ। ਥੱਲੇ ਜਿਹੜਾ ਐਡਜੈਸੈਂਟ ਸਾਈਡਸ ਦਾ ਪੇਅਰ ਪਿਆ ਹੋਇਆ, ਉਹਨਾਂ ਦੀਆਂ ਵੀ ਕੀ ਹੈ, ਡਾਇਮੈਂਸ਼ਨ ਸੇਮ ਹੈ। ਤਾਂ ਇਹ ਕੁਝ ਕਾਈਟ ਦੀਆਂ ਪ੍ਰੋਪਰਟੀਜ਼ ਸੀ। ਕੰਪਲੈਕਸ ਕੁਆਡਰੀਲੇਟਰਲਸ ਦੀ ਕਾਈਟਸ ਨੂੰ ਸਮਝਣ ਤੋਂ ਬਾਅਦ ਜਿਹੜੀ ਅਗਲੀ ਚੀਜ਼ ਅਸੀਂ ਸਮਝਾਂਗੇ ਉਹ ਹੈ ਟ੍ਰਪੇਜ਼ੀਅਮ, ਤੇ ਨਾਲ ਦੀ ਨਾਲ ਟ੍ਰਪੇਜ਼ੀਅਮ ਔਰ ਆਈਸੋਸੈਲਸ ਟ੍ਰਪੇਜ਼ੀਅਮ, ਰਾਈਟ। ਇਹਨਾਂ ਦੋਨਾਂ ਚੀਜ਼ਾਂ ਨੂੰ ਸਮਝਾਂਗੇ। ਕਿਹਨਾਂ ਦੀ ਹੈਲਪ ਦੇ ਨਾਲ ਸਮਝਾਂਗੇ, ਆਪਣੇ ਦੋ ਹੀਰੋਜ਼ ਦੇ ਨਾਲ, ਸੈਟ ਸਕੇਅਰਸ ਦੇ ਨਾਲ, ਠੀਕ ਹੈ। ਲਓ ਦੇਖੋ ਹੁਣ ਕੀ ਕੀਤਾ ਅਸੀਂ, ਸੈਟ ਸਕੇਅਰ ਦਾ ਇੱਕ ਅਰੇਂਜਮੈਂਟ ਸੈਟਅਪ ਕੀਤਾ, ਠੀਕ ਹੈ। ਇਸ ਅਰੇਂਜਮੈਂਟ ਨੂੰ ਸਮਝਣ ਵਾਸਤੇ ਪਹਿਲਾਂ ਇਸ ਫੋਟੋ ਨੂੰ ਸਮਝ ਲਓ। ਦੇਖੋ ਟ੍ਰਪੇਜ਼ੀਅਮ ਦੇ ਵਿੱਚ ਕੀ ਹੁੰਦਾ ਹੈ, ਟ੍ਰਪੇਜ਼ੀਅਮ ਇੱਕ ਕਨਵੈਕਸ ਕੁਆਡਰੀਲੇਟਰ ਦੀ ਟਾਈਪ ਹੈ, ਜਿਹਦੇ ਵਿੱਚ in which two sides are parallel and two sides are non-parallel। ਹੁਣ ਇਹ ਜਿਹੜੀਆਂ ਇਹ ਦੋ ਸਾਈਡਸ ਇਹਨਾਂ ਨੂੰ ਐਕਸਟੈਂਡ ਕਰ ਲਓ, ਇਹ ਕਦੀ ਵੀ ਆਪਸ ਦੇ ਵਿੱਚ ਨਹੀਂ ਮਿਲਣਗੀਆਂ। ਹੁਣ ਇਹ ਦੋ ਸਾਈਡਸ ਜਿਹੜੀਆਂ ਪੈਰਲਲ ਕੀਆਂ ਆ ਇਸ ਸੈਟਅਪ ਦੇ ਵਿੱਚ, ਦੇਖੋ ਇੱਕ ਸਾਈਡ ਤੁਹਾਡੇ ਕੋਲ ਹੈ ਐਂਡ ਦੂਸਰੀ ਸਾਈਡ ਹੈ। ਇਸ ਸਾਈਡਸ ਨੂੰ ਖਿੱਚ ਲਓ, ਕਦੀ ਵੀ ਇਹ ਆਪਸ ਇੰਟਰਸੈਕਟ ਨਹੀਂ ਕਰੂੰਗੀਆਂ। ਅੱਛਾ ਜੀ, ਜਦ ਕਿ ਜਿਹੜੀਆਂ ਨॉन ਪੈਰਲਲ ਸਾਈਡਸ ਆ, ਇੱਕ ਮੇਰੇ ਕੋਲ ਇਹ ਵਾਲੀ ਸਾਈਡ ਹੈ ਨॉन ਪੈਰਲਲ, ਇੱਕ ਮੇਰੇ ਕੋਲ ਇਹ, ਜਦੋਂ ਇਹਨਾਂ ਨੂੰ ਉੱਪਰ ਨੂੰ ਕਰਾਂਗੇ ਕਿਤੇ ਨਾ ਕਿਤੇ ਮਿਲ ਜਾਣਗੀਆਂ। ਸਿਮਿਲਰਲੀ ਇਹ ਜਿਹੜੀ ਨॉन ਪੈਰਲਲ ਸਾਈਡ ਹੈ, ਇਹਨੂੰ ਸਪੋਜ਼ ਕਰੋ ਐਕਸਟੈਂਡ ਕਰੋ, ਤੇ ਇਧਰੋਂ ਦੀ ਜਿਹੜੀ ਦੂਸਰੀ ਨॉन ਪੈਰਲਲ ਐਕਸਟੈਂਡ ਕਰੋ, ਇਹ ਰਸਤੇ ਵਿੱਚ ਕਿਤੇ ਨਾ ਕਿਤੇ ਮਿਲ ਜਾਣਗੀਆਂ, ਠੀਕ ਹੈ। तो की है a quadrilateral in which one pair of opposite sides are parallel। एक पैरल है तो एक की है नॉन पैरल। एक ਇਹਦੀ ਹੋਰ ਖਾਸੀਅਤ ਹੈ,
ਪੈਰਲਲ ਲਾਈਨਸ ਜਿਹੜੀਆਂ ਨੇ ਇਹਨਾਂ ਦੇ ਵਿੱਚ ਡਿਸਟੈਂਸ ਦੇਖ ਲਓ ਕਿਸੇ ਵੀ ਪੁਆਇੰਟ ਤੇ। ਸਪੋਜ਼ ਕਰ ਲਓ ਕੋਈ ਕਹਿੰਦਾ ਮੈਂ ਇੱਥੇ ਡਿਸਟੈਂਸ ਚੈੱਕ ਕਰਨਾ ਇਹਨਾਂ ਦੋਨਾਂ ਦੇ ਵਿੱਚ, ਠੀਕ ਹੈ। ਕੋਈ ਕਹਿੰਦਾ ਨਹੀਂ ਮੈਂ ਤਾਂ ਇੱਥੇ ਡਿਸਟੈਂਸ ਚੈੱਕ ਕਰਨਾ ਇਹਨਾਂ ਦੋਨਾਂ ਵਿੱਚ। ਪੈਰਲਲ ਲਾਈਨਸ ਦੇ ਵਿੱਚ ਡਿਸਟੈਂਸ ਹਰ ਪੁਆਇੰਟ ਤੇ ਕੀ ਹੋਊਗਾ, ਸੇਮ ਹੋਊਗਾ, ਠੀਕ। ਹੁਣ ਗੱਲ ਆਉਂਦੀ ਹੈ ਥੱਲੇ ਸਾਡੇ ਕੋਲ ਇੱਕ ਹੋਰ, that is the isosceles, that is isosceles trapezium ਦੀ। ਓਕੇ, ਦੇਖੋ ਹੁਣ isosceles trapezium ਕਿੱਦਾਂ ਬਣ ਸਕਦੀ ਹੈ। ਇਹ trapezium ਸੀ, ठीक है। मैं की कीता, देखिए मैं की कीता, जेकर मेरे दूसरे पासे ठीक की कर दवा एक होर सैट स्केयर लगा दा। देखिए यार मेरा मेरे दूसरे पासे की कीता, एक होर सैट स्केयर लगाता, ठीक। हुण जरा थोड़ा इनू वधिया तरीके नाल अंडरस्टैंड करो किद्दां। देखो फिर पैरेलल साइड का एक सैट है, एक साइड पैरेलल केड़ी पई हुई है साडे कोल, एक साइड दूसरी साइड पैरेलल ने ये आपस दे विच, बिल्कुल पैरेलल ने। नॉन पैरेलल साइड्स केड़ियां ने, ये दो नॉन पैरेलल साइड्स ने, ये आपस की करनगियां किते ना किते पॉइंट ते मिल जाणगियां, ठीक। अच्छा हुण इस तो बाद ट्रपेजियम या आइसोसेलेस ट्रपेजियम ਨੂੰ ਸਮਝਣ ਤੋਂ ਬਾਅਦ ਜਿਹੜਾ $1 ਮਿਲੀਅਨ ਕੁਐਸਚਨ ਆਉਂਦਾ ਹੈ, ਕੁਐਸਚਨ ਕੀ ਹੈ, ਜਿਹੜਾ ਬਹੁਤ ਇੰਪੋਰਟੈਂਟ ਕੁਐਸਚਨ ਆਉਂਦਾ ਹੈ, ਕੁਐਸਚਨ ਕੀ ਹੈ ਕਿ ਬਸ ਮੈਂ ਇਦਾਂ ਹੀ ਕਹਿ ਦੇਵਾਂ ਕਿ ਇਦਾਂ ਸੈਟਅਪ ਕਰ ਲਓ, ਇਹਨੂੰ ਇਹਦੇ ਨਾਲ ਜੋੜ ਲਓ ਤਾਂ ਟ੍ਰਪੇਜ਼ੀਅਮ ਬਣ ਗਈ। ਪੱਕਾ ਕੋਈ ਨਾ ਕੋਈ ਮੋਡ ਹੋਊਗਾ, ਕੋਈ ਇੱਕ ਵੇ ਹੋਊਗਾ, ਕੋਈ ਤਰੀਕਾ ਹੋਊਗਾ ਜਿਹਦੇ ਨਾਲ ਅਸੀਂ ਟ੍ਰਪੇਜ਼ੀਅਮ ਨੂੰ ਬਣਾ ਸਕਦੇ ਹਾਂ, ਠੀਕ ਹੈ। ਉਹ ਤਰੀਕਾ ਦੇਖੋ ਕੀ ਹੈ, ਉਹ ਤਰੀਕਾ ਹੈ, ਦੇਖੋ ਫਿਰ ਜਿਹੜਾ ਵੇ ਜਿਹਦੇ ਨਾਲ ਅਸੀਂ ਆਈਸੋਸਲਸ ਟ੍ਰਪੇਜ਼ੀਅਮ ਬਣਾ ਸਕਦੇ ਹਾਂ ਕੀ ਹੈ। ਮੈਂ 2 ਸੈਟ ਸਕੇਅਰਸ ਲੈ ਲਏ, ਮੈਂ ਕੀ ਕੀਤਾ, ਇੱਕ ਸੈਟ ਸਕੇਅਰ ਨੂੰ ਫਿਕਸ ਰੱਖਿਆ ਤੇ ਦੂਸਰੇ ਨੂੰ ਉਹਦੇ ਉੱਤੇ ਮੂਵ ਕਰਾਇਆ ਲਓ, ਕਰਾ ਕੇ ਅਸੀਂ ਇੱਥੇ ਪਹੁੰਚ ਗਏ, ਠੀਕ ਹੈ। ਇਹਨੂੰ ਸੈਟ ਕੀਤਾ ਔਰ ਇੱਥੇ ਪਹੁੰਚ ਗਏ। ਕੀ ਕੀਤਾ, सिंपल स्लाइड किया या मैं कहाँ ट्रांसलेटरी मोशन कराया और अल्टीमेटली जिहड़ी चीज़ मेरे को आ गई वो इस टाइप की आ गई। हुण ध्यान नाल समझो इनू, इस चीज़ दे विच देखो जदों असीं किहा कि असीं एक सैट स्केयर ते दूसरा सैट स्केयर मूव कराया तो मेरे को बनिया की, देखिए 2 पैरेलल लाइन्स आ गई, मीनस एक पेयर पैरेलल लाइन्स का हो गया। इधर देखो ये 2 नॉन पैरेलल लाइन्स किते ना किते मिलणगियां, ठीक है। तो एक ट्रांसलेटरी मोशन दे नाल मैं की कर सकती हैं, सैट स्केयर्स तो ट्रपेजियम स्पैशली केड़ी आइसोसेलेस ट्रपेजियम बना सकती हैं। कन्वैक्स क्वाड्रिलेटरल्स दे विच जो नैक्सट है दैट इज पैरेललोग्राम। पैरेललोग्राम ਨੂੰ ਬਣਾਉਣ ਵਾਸਤੇ ਮੈਂ 2 ਆਇਡੈਂਟੀਕਲ ਸੈਟ ਸਕੇਅਰਸ ਲਏ ਆ। ਇਹ ਜਿਹੜੇ ਸੈਟ ਸਕੇਅਰ ਹੈ ਇਹਦੀ ਪ੍ਰੋਪਰਟੀਜ਼ ਦੇਖੋ, 90 ਦਾ ਐਂਗਲ ਹੈ, 30 ਦਾ ਐਂਗਲ ਹੈ, 60 ਦਾ ਐਂਗਲ ਹੈ, ठीक है। तीनों एंगल्स डिफरेंट है, तीनों साइड्स भी डिफरेंट होंगी, तो मेरे को स्कालीन राइट एंगल ट्रायंगल है, ठीक। तो इहदियां प्रॉपर्टीज समझण वास्ते की करांगे, सब तो पहला सैट स्केयर्स ਨੂੰ ਇੱਕ ਪਾਰਟਿਕੂਲਰ डायरेक्शन ਦੇ ਵਿੱਚ रोटेट करके मैं एक अपने कोल पैरेललोग्राम बना ली, ठीक। मैं इस पैरेललोग्राम का नाम रख दिंदे आ A B C एंड D, ठीक। हुण ध्यान नाल देखो जिहड़ी सैट स्केयर दी साइड है मेरे को ये ऑपोजिट पई हुई है, तो मतलब ऑपोजिट साइड्स इक्वल हो गई। सैट स्केयर दी ये वाली साइड ही इधरले पासे पई हुई है, तो ऑपोजिट साइड्स इक्वल हो गई, ठीक। तो पहली प्रॉपर्टी की सी, ऑपोजिट साइड्स ऑफ पैरेललोग्राम आर इक्वल, तो क्लीयर इक्वल ने। उस तो बाद आंदा जिहड़े ऑपोजिट पेयर्स ने, एडजेसेंट नहीं ऑपोजिट, ठीक है, डायगनली जिहड़े पे हुए ने, ऑपोजिट पेयर्स ऑफ एंगल्स आर इक्वल। तो ध्यान नाल देखो जिहड़ा इस पर्टिकुलर सैट स्केयर दे विच जिहड़ा ये वाला एंगल है दैट इज ऑफ 60 डिग्री, इधर भी जिहड़ा पॉइंट सी ते बनदा वा एंगल ये भी 60 दा, ऑपोजिट एंगल हो गए इक्वल, ठीक। अच्छा जी हुण बी ते आओ, बी ते विच बी पॉइंट ते एक 90 का एंगल है, एक 30 का एंगल है, 90 + 30 120, तो डी ते जिहड़ा एंगल है 90 ते 30, 90 + 30 120, तो ऑपोजिट एंगल्स आर इक्वल इन केस ऑफ पैरेललोग्राम।
ਈਚ ਪੇਅਰ ਆਫ ਆਪੋਜ਼ਿਟ ਐਂਗਲਸ ਆਰ ਇਕੁਅਲ। ਉਸ ਤੋਂ ਬਾਅਦ ਆਉਂਦਾ ਪਿਆ ਐਡਜਸੈਂਟ ਐਂਗਲਸ ਆਰ ਸਪਲੀਮੈਂਟਰੀ, ਜਿਹੜੀ ਨੈਕਸਟ ਪ੍ਰੋਪਰਟੀ ਹੈ। ਐਡਜਸੈਂਟ ਮੀਨਸ ਕੋਈ ਵੀ ਲਾਗੇ ਲਾਗੇ ਦੇ ਦੋ ਐਂਗਲ ਦੇ ਆਰ ਸਪਲੀਮੈਂਟਰੀ। तो ਜੇ ਮੈਨੂੰ ਕੋਈ ਸਪਲੀਮੈਂਟਰੀ ਡੈਫੀਨੇਸ਼ਨ ਪੁੱਛੇ ਤਾਂ ਮੈਂ ਕੀ ਕਹਾਂਗੀ? ਸਪਲੀਮੈਂਟਰੀ ਡੈਫੀਨੇਸ਼ਨ ਕੀ ਹੁੰਦੀ ਹੈ? ਟੂ ਐਂਗਲਸ, ਕਿਹੜੇ? ਟੂ ਐਂਗਲਸ ਇਨ ਵਿਚ whose sum is 180 ਡਿਗਰੀ। ਹੁਣ ਧਿਆਨ ਨਾਲ ਦੇਖਿਓ, A ਤੇ D ਐਡਜਸੈਂਟ ਐਂਗਲਸ ਨੇ, ਠੀਕ ਹੈ। A ਤੇ ਕਿੰਨੇ ਦਾ ਐਂਗਲ ਬਣਦਾ ਪਿਆ ਸੀ? ਹੁਣੇ ਚੈੱਕ ਕੀਤਾ ਸੀਗਾ 60 ਦਾ। ਇੱਥੇ D ਤੇ ਕਿੰਨਾ ਬਣਦਾ ਪਿਆ ਸੀ? 120 ਦਾ। ਤੇ 120 + 60 ਕਿੰਨਾ ਹੋ ਗਿਆ? 180 ਹੋ ਗਿਆ। ਸਿਮਿਲਰਲੀ ਅਸੀਂ A ਤੇ B ਨੂੰ ਵੀ ਚੈੱਕ ਕਰ ਸਕਦੇ ਹਾਂ, ਇਹਨਾਂ ਦਾ ਵੀ ਸਮ 180 ਹੋਊਗਾ। B ਤੇ C ਨੂੰ ਵੀ ਚੈੱਕ ਕਰ ਸਕਦੇ ਹਾਂ, ਇਹਨਾਂ ਦਾ ਵੀ ਸਮ 180 ਹੋਊਗਾ। C ਤੇ D ਨੂੰ ਵੀ ਚੈੱਕ ਕਰ ਸਕਦੇ ਹਾਂ, ਇਹਨਾਂ ਦਾ ਵੀ ਸਮ ਕਿੰਨਾ ਹੋਊਗਾ? 180 ਹੋਊਗਾ। ਉਸ ਤੋਂ ਬਾਅਦ ਆਉਂਦਾ ਡਾਇਗਨਲਸ ਬਾਈਸੈਕਟ ਈਚ ਅਦਰ। ਕੀ ਕਰੋ, ਮੇਰੇ ਕੋ BD ਨੂੰ ਜੁਆਇਨ ਕੀਤਾ ਹੋਇਆ, ਮੈਂ AC ਨੂੰ ਵੀ ਜੁਆਇਨ ਕਰ ਲੈਂਦੇ ਆ, ਠੀਕ ਹੈ। ਮੈਂ AC ਨੂੰ ਵੀ ਜੁਆਇਨ ਕਰ ਲੈਂਦੇ ਆ, ਤਾਂ ਮੈਂ ਕੀ ਕਰਾਂਗੇ? ਜਿੱਥੇ ਪੁਆਇੰਟ ਆਫ ਇੰਟਰਸੈਕਸ਼ਨ ਆਉਂਦਾ ਪਿਆ, ਸਾਰਿਆਂ ਨੂੰ, ਸਾਰੇ ਪੁਆਇੰਟਸ ਨੂੰ ਕੀ ਕਰਾਂਗੇ? ਮੇਜ਼ਰ ਕਰਕੇ ਦੇਖਾਂਗੇ। ਮੈਂ ਫਿਰ ਚੈੱਕ ਕਰਾਂਗੇ, ਜਦੋਂ AC BD ਦੇ ਵਿੱਚੋਂ ਨਿਕਲ ਕੇ ਜਾਂਦਾ ਪਿਆ ਤਾਂ ਉਹ BD ਨੂੰ ਦੋ ਇਕੁਅਲ ਹਾਫਸ ਦੇ ਵਿੱਚ ਡਿਵਾਈਡ ਕਰਦਾ ਪਿਆ, ਠੀਕ ਹੈ। ਤੇ BD ਜਦੋਂ AC ਦੇ ਵਿੱਚੋਂ ਨਿਕਲ ਕੇ ਜਾਂਦਾ ਪਿਆ, ਠੀਕ ਹੈ, ਉਹ ਵੀ ਕੀ ਕਰਦਾ ਪਿਆ? ਉਹਨੂੰ 2 ਇਕੁਅਲ ਹਾਫਸ ਦੇ ਵਿੱਚ ਡਿਵਾਈਡ ਕਰਦਾ ਪਿਆ। ਜਿੱਦਾਂ ਹੁਣ ਮੈਂ ਇਹਦੇ ਵਿੱਚ ਕੀ ਕਰਾਂ? A ਤੇ C ਨੂੰ ਜੁਆਇਨ ਕਰਦਾ, ਠੀਕ ਹੈ। ਕਿਸੇ ਤਰੀਕੇ ਨਾਲ A ਤੇ C ਨੂੰ ਜੁਆਇਨ ਕਰਦਾ ਤਾਂ ਇਹ ਜਿਹੜਾ ਇਹ ਪੁਆਇੰਟ ਹੈ, ਪੁਆਇੰਟ ਆਫ ਇੰਟਰਸੈਕਸ਼ਨ ਹੈ, ਇਹ ਕੀ ਹੈ? BD ਦਾ ਵੀ ਮਿਡ ਪੁਆਇੰਟ ਹੈ ਤੇ AC ਦਾ ਵੀ ਕੀ ਹੈ? ਮਿਡ ਪੁਆਇੰਟ ਹੈ। ਕਨਵੈਕਸ ਕੁਆਡਰੀਲੇਟਰਲ ਦੀ ਜਿਹੜੀ ਨੈਕਸਟ ਟਾਈਪ ਹੈ ਉਹ ਹੈ ਰੋਮਬਸ, ਠੀਕ ਹੈ। ਰੋਮਬਸ ਨੂੰ ਅਸੀਂ ਇਸ ਸੈਟ ਸਕੁਅਰ ਦੀ ਹੈਲਪ ਦੇ ਨਾਲ ਬਣਾ ਸਕਦੇ ਹਾਂ, ਠੀਕ ਹੈ। ਹੁਣ ਇਸ ਸੈਟ ਸਕੁਅਰ ਦੀ ਪ੍ਰੋਪਰਟੀ ਦੇਖ ਲਓ, ਇੱਕ ਐਂਗਲ 90 ਦਾ, ਇੱਕ ਐਂਗਲ 60 ਦਾ, ਇੱਕ ਐਂਗਲ 30 ਦਾ, ਠੀਕ ਹੈ। ਤਾਂ ਸਾਰੇ ਐਂਗਲਸ ਡਿਫਰੈਂਟ ਨੇ, ਸਾਈਡਸ ਵੀ ਡਿਫਰੈਂਟ ਨੇ। ਤਾਂ ਮੇਰੇ ਕੋਲ ਇੱਕ ਸਕਾਲੀਨ ਰਾਈਟ ਐਂਗਲਡ ਟ੍ਰਾਇੰਗਲ ਹੈ, ਠੀਕ ਆ। ਇਹਦੇ ਨਾਲ ਦੀਆਂ ਕਿੰਨੀਆਂ ਮੈਨੂੰ ਸੈਟ ਸਕੁਅਰਸ ਚਾਹੀਦੇ ਹੈ? ਇੱਕ ਰੋਮਬਸ ਨੂੰ ਜਨਰੇਟ ਕਰਨ ਵਾਸਤੇ ਮੈਨੂੰ ਇਹਦੇ ਨਾਲ ਦੇ 4 ਸੈਟ ਸਕੁਅਰ ਚਾਹੀਦੇ ਆ ਇਨ ਟੋਟਲ, ਠੀਕ ਹੈ। ਸੋ 4 ਆਈਡੈਂਟੀਕਲ ਸੈਟ ਸਕੁਅਰਸ, ਤੇ ਜਾਂ ਮੈਂ ਕੀ ਕਹਿ ਲਾਂ 4 ਕੰਗਰੂਐਂਟ ਸਕਾਲੀਨ ਰਾਈਟ ਐਂਗਲਡ ਟ੍ਰਾਇੰਗਲਸ, ਠੀਕ। ਹੁਣ ਦੇਖੋ ਕੀ ਕਰਾਂਗੇ ਅਸੀਂ, ਕਿਹੜਾ ਮੋਡ ਲਗਾਵਾਂਗੇ? ਫਿਲਹਾਲ ਤੁਸੀਂ ਪੜ੍ਹ ਲਿਆ ਕਾਈਟ ਦੇ ਵਿੱਚ ਪੜ੍ਹ ਲਿਆ ਰਿਫਲੈਕਸ਼ਨ, ਦੈਨ ਫਰਦਰ ਟ੍ਰਪੇਜ਼ੀਅਮ ਜਾਂ ਆਈਸੋਸਲਸ ਟ੍ਰਪੇਜ਼ੀਅਮ ਵਾਸਤੇ ਤੁਸੀਂ ਪੜ੍ਹਿਆ ਟ੍ਰਾਂਸਲੇਟਰੀ ਮੋਸ਼ਨ। ਪੈਰਲਲੋਗ੍ਰਾਮ ਦੇ ਵਿੱਚ ਪੜ੍ਹਿਆ ਤੁਸੀਂ ਰੋਟੇਸ਼ਨ। ਰੈਕਟੈਂਗਲ ਦੇ ਵਿੱਚ ਤੁਸੀਂ ਦੇਖਿਆ ਰੋਟੇਸ਼ਨ ਅਗੇਨ। ਰੋਮਬਸ ਬਣਦੀ ਹੈ ਰਿਫਲੈਕਸ਼ਨ ਤੋਂ, ਦੇਖੀਏ ਕਿੱਦਾਂ ਬਣਦੀ ਹੈ। ਰੋਮਬਸ ਵਾਸਤੇ ਮੈਂ ਰਿਫਲੈਕਸ਼ਨ ਨੂੰ ਯੂਜ਼ ਕਰ ਰਹੇ ਹਾਂ। ਮੈਂ 2 ਸੈਟ ਸਕੁਅਰ ਲਗਾ ਲਏ, ਠੀਕ ਹੈ ਜੀ। 2 ਸੈਟ ਸਕੁਅਰਸ ਦੇ ਵਿੱਚ ਅਸੀਂ ਕੀ ਕੀਤਾ? ਉਹਨਾਂ ਦੀ ਸੈਟਿੰਗ ਕਰਕੇ ਮਿਰਰ ਦੀ ਯੂਜ਼ ਕੀਤਾ। ਦੇਖੋ ਮਿਰਰ ਲਗਾਇਆ, ਮਿਰਰ ਦੇ ਵਿੱਚ ਇਸ ਚੀਜ਼ ਦਾ ਰਿਫਲੈਕਸ਼ਨ ਦੇਖੋ, ਧਿਆਨ ਦੇ ਨਾਲ ਦੇਖੋ। ਇੱਕ ਰੋਮਬਸ ਬਣਦੀ ਵੀ ਹੈ ਪੂਰੀ ਦੀ ਪੂਰੀ। ਐਕਚੁਅਲ ਦੇ ਵਿੱਚ ਹੈ ਕਿ 4 ਸੈਟ ਸਕੁਅਰਸ ਹੈ, ਠੀਕ ਹੈ। ਬਟ ਅਸੀਂ ਦੱਸਦੇ ਪਏ ਹਾਂ ਕਿ ਜੇਕਰ ਇਹਦੀ ਰਿਫਲੈਕਸ਼ਨ ਦੇਖਦੇ ਹਾਂ ਤਾਂ ਸਾਡੇ ਕੋਲੇ ਕੀ ਬਣ ਜਾਂਦਾ? ਇੱਕ ਰੋਮਬਸ ਬਣ ਜਾਂਦੀ ਹੈ। ਨੈਕਸਟ ਆਓ ਰੋਮਬਸ ਦੀਆਂ ਪ੍ਰੋਪਰਟੀਜ਼ ਤੇ। ਹੁਣ ਦੇਖੋ, ਇੱਕ ਟਾਈਪ ਦੇ ਸੈਟ ਸਕੁਅਰ ਲੱਗੇ ਆ ਤਾਂ ਮਤਲਬ ਜਿਹੜੀਆਂ ਸਾਰੀਆਂ 4 ਦੀਆਂ 4 ਸਾਈਡਸ ਉਹਨਾਂ ਦੀ ਲੈਂਥ ਇਕੁਅਲ ਹੋਗੀ, 4 ਸਾਈਡਸ ਆਰ ਇਕੁਅਲ। ਉਸ ਤੋਂ ਬਾਅਦ ਇਹਦੇ ਵਿੱਚ ਇੱਕ ਡਾਇਗਨਲ ਦੇਖੋ, ਆਪੋਜ਼ਿਟ ਵਰਟਿਸਿਸ ਨੂੰ ਮਿਲਾਉਣ ਤੇ ਇੱਕ ਡਾਇਗਨਲ ਬਣਦਾ ਪਿਆ, ਉਹਦੀ ਲੈਂਥ ਜ਼ਿਆਦਾ, ਦੂਸਰੇ ਦੀ ਲੈਂਥ ਕੀ ਹੈ? ਛੋਟੀ। ਇਹੀ ਚੀਜ਼ ਤੁਹਾਨੂੰ ਜਦੋਂ ਤੁਸੀਂ ਯੂਨਿਟ 4 ਦੇ ਵਿੱਚ ਆਓਗੇ ਤੁਹਾਨੂੰ ਹੈਲਪਫੁਲ ਹੋਗੀ, ਜਦੋਂ ਤੁਸੀਂ ਇੱਕ ਰੋਮਬਸ ਦੀ ਕੰਸਟਰਕਸ਼ਨ ਕਰਨੀ ਹੋਗੀ। ਔਰ ਜਿਹੜੇ ਡਾਇਗਨਲਸ ਨੇ ਇੱਕ ਦੂਸਰੇ ਦੇ ਰਾਈਟ ਬਾਈਸੈਕਟਰ ਨੇ, ਤਾਂ ਇੱਕ ਸੈਟ ਸਕੁਅਰ ਦੇ ਵਿੱਚ ਜਿਹੜਾ ਇਹ ਸੈਟ ਸਕੁਅਰ ਹੈ, ਇਹਦਾ ਇੱਕ ਐਂਗਲ 90 ਦਾ, ਤਾਂ ਇਹ ਵੀ 90, ਇਹ ਵੀ 90, ਇਹ ਵੀ 90, ਇਹ ਵੀ 90, ਤਾਂ ਮਤਲਬ ਇੱਕ ਦੂਸਰੇ ਦੇ ਰਾਈਟ ਬਾਈਸੈਕਟਰ ਨੇ। ਰਾਈਟ ਮੀਨਸ 90 ਡਿਗਰੀ ਦਾ ਐਂਗਲ ਬਣਾਉਂਦੇ ਨੇ, ਬਾਈਸੈਕਟਰ ਮੀਨਸ ਜਦੋਂ ਇੱਕ ਦੂਸਰੇ ਦੇ ਵਿੱਚੋਂ ਨਿਕਲ ਕੇ ਜਾਂਦੇ ਨੇ, ਇੰਟਰਸੈਕਟ ਕਰਕੇ ਜਾਂਦੇ ਨੇ, ਤਾਂ 2 ਇਕੁਅਲ ਹਾਫ ਦੇ ਵਿੱਚ ਡਿਵਾਈਡ ਕਰਕੇ ਜਾਂਦੇ ਆ, ਠੀਕ। ਤਾਂ ਇਹਦੀਆਂ ਕੁਝ ਕੀ ਸੀਗੀਆਂ? ਪ੍ਰੋਪਰਟੀਜ਼ ਸੀਗੀਆਂ। ਕੁਆਡਰੀਲੇਟਰਲ ਦੀ ਅਗਲੀ ਜਿਹੜੀ ਟਾਈਪ ਅਸੀਂ ਸਮਝਣੀ ਹੈ ਉਹ ਹੈ ਸਾਡੇ ਕੋਲੇ ਰੈਕਟੈਂਗਲ, ਠੀਕ ਹੈ। ਤਾਂ ਰੈਕਟੈਂਗਲ ਦੇਖੋ ਸਭ ਤੋਂ ਪਹਿਲਾਂ ਬਣਦੀ ਕੀਤਾ, ਠੀਕ ਹੈ। ਇਹਦੀ ਫਾਰਮੇਸ਼ਨ ਵਿੱਚ ਕਿਹੜਾ ਵੇ ਆ ਜਿਹੜਾ ਸਾਨੂੰ ਹੈਲਪ ਕਰੂਗਾ ਰੈਕਟੈਂਗਲ ਨੂੰ ਬਣਾਉਣ ਦੇ ਵਿੱਚ, ਤੇ ਉਹੀ ਦੀਆਂ ਕੁਝ ਪ੍ਰੋਪਰਟੀਜ਼ ਨੂੰ ਇਲਸਟ੍ਰੇਟ ਵੀ ਕਰ ਦੂਗਾ। ਤਾਂ ਆਓ ਦੇਖੀਏ ਰੈਕਟੈਂਗਲ ਕਿੱਦਾਂ ਬਣਦੀ ਹੈ।
मैं की कीता, मैं 2 सैट स्केयर्स ला ले। इन्हां सैट स्केयर्स की खासियत की है, देखो एक कंगरूएंट ट्रायंगल्स ने, एक दूसरे ਨੂੰ कवर पूरा ਢੱਕਦੀਆਂ ਵੀ ਨੇ, कवर कर रही ने, कंगरूएंट ट्रायंगल्स ने, या मैं की कह देवां आइडेंटिकल सैट स्केयर्स ने। ठीक है, इक्को टाइप दे दो आइडेंटिकल सैट स्केयर्स ने। हुण इन्हां नूं करना की है, इन्हां ते किहड़ा मोड लगाना है, इन्हां दा किहड़ा मोड डिस्कस करना जिहदे नाल रैक्टेंगल बन जाती है। देखो किहड़ा मोड है वो, मैं वही 2 आइडेंटिकल ਜਿਹੜੇ ਸੈਟ ਸਕੇਅਰਸ ਸੀ ਜਾਂ ਕੰਗਰੂਐਂਟ ਟ੍ਰਾਇੰਗਲ ਸੀ, ਦੋਨਾਂ ਨੂੰ ਕੀ ਕੀਤਾ, ਦੇਖੋ ਪੈਨ ਲਗਾ ਲਈ ਇਹਨਾਂ ਦੇ। ਠੀਕ ਹੈ, ਹੁਣ ਮੈਂ ਕੀ ਕਰਾਂਗੀ, ਮੈਂ ਇਹਨਾਂ ਇਸ ਨੂੰ ਦੂਸਰੇ ਇਸ ਉੱਤੇ ਕੀ ਕਰਾਂਗੀ, ਇੱਕ ਨੂੰ ਦੂਸਰੇ 'ਤੇ ਰੋਟੇਟ ਕਰਾਂਗੀ। ਦੇਖੋ ਰੋਟੇਟ ਕਰਾਂ, ਰੋਟੇਟ ਕਰਨ ਤੋਂ ਬਾਅਦ ਤੁਹਾਨੂੰ ਕੀ ਦਿਖਦਾ ਪਿਆ, ਤੁਹਾਨੂੰ ਦਿਖਦਾ ਪਿਆ ਤੁਹਾਡੇ ਕੋਲੇ ਕੀ ਬਣ ਗਈ, ਇੱਕ ਰੈਕਟੈਂਗਲ ਬਣ ਗਈ। ਠੀਕ ਹੈ, ਤਾਂ ਕਿਹੜਾ ਮੋਡ ਹੈ, ਕੀ ਕਰ ਰਹੇ ਤੁਸੀਂ रोटेशन दे रहे हैं, रोटेट कर रहे हैं। तो रेक्टेंगल कितना बनती है, बाय रोटेशन ऑफ वन सेट स्क्वायर ओवर अनदर। ठीक, हुण देखो ध्यान नाल देखो, जदों असी इस सैट स्क्वायर नूं दूसरे सैट स्क्वायर दे उत्ते घुमाया देखिए घुमाया, हुण होया कि जो ये वाली साइड है वही ये वाली साइड है, तो ऑपोजिट साइड्स आर इक्वल। जो इधर साइड है वही साढ़े को ऑपोजिट साइड है, तो मेरी भी ऑपोजिट साइड्स आर इक्वल। अच्छा हुण ध्यान नाल देखो, ये वाली साइड जड़ा जे मैं कहां कि आ तुहाडे कोले जिहड़ी ट्रायंगल पई सी, ठीक है, ट्रायंगल दे विच एक राइट एंगल ट्रायंगल है, राइट एंगल ट्रायंगल के सामने जो हाइपोटेन्यूज पे है, दोनों ट्रायंगल्स का सेम है। तो जो असी इनू रोटेट करके की करते पे हैं, जो असी इनू रोटेट करके रैक्टेंगल बनाते पे हैं, तो जेडे हाइपोटेन्यूज ने एक दूसरे को कवर करते पे इहदा मतलब की हो गया, देखो सब तो पहला तो ये हो गया कि अगर अपनी ए वाली साइड इक्वल है तो दैन ए वाली साइड भी इक्वल होगी, डायगनल्स इक्वल हो गए। ठीक, रैक्टेंगल दे विच हर एंगल 90 डिग्री का होंदा है, तो देखो 90 डिग्री। हम जेकर इस सैट स्क्वायर की पर्टिकुलर गल करिए, ठीक है, ये वाले सैट स्क्वायर की गल करिए, इस सैट स्क्वायर दे विच साडे कोल एक एंगल 90 का होंदा है, एक एंगल 30 का होंदा है, तो एक एंगल 60 का होंदा है। तो देखो 90 इधर आ जाओ, 30 60 90 90 60 प्लस 30 90, तो हर एंगल 90 का हो गया। ठीक, बाकी जेकर असी देखिए अपने चार्ट तो जो असी चार्ट बनाया हुआ है, ठीक, इस चार्ट तो बहुत चीज़ां क्लीयर होंदियां ने। ऑपोजिट साइड्स इक्वल कहतियाँ, ईच एंगल 90 का कहता, जेडे डायगनल्स ने वो भी इक्वल ने, तो डायगनल्स एक दूसरे को की करते हैं, बाइसैक्ट करते हैं। इसका मतलब बाइसैक्ट करने का मतलब की है, जदों एक डायगनल दूसरे डायगनल विचों निकल के जा रहा है तो उन्होंने 2 इक्वल पार्ट्स दे विच की कर रहा है, डिवाइड कर रहा है। ठीक है, तो ये तुहाडे कोले दिस इज होल अबाउट रैक्टेंगल ते उहदियां प्रॉपर्टीज। हुण नैक्सट देखांगे असीं रोम्बस। क्वाड्रिलेटरल दी जो लास्ट टाइप है दैट इज स्क्वेयर नूं बनाउण वास्ते मैं इस सैट स्क्वेयर दा यूज़ करांगी। आ जिहड़ा सैट स्क्वेयर दी खासियत की है, ध्यान नाल देखो, इहदे विच एक एंगल 90 का मतलब एक राइट एंगल्ड ट्रायंगल है, तो जेडे 2 एंगल्स बचते पे ने 60 60 दे है, ये भी 60 ये भी 60, इसका मतलब ये ट्रायंगल केड़ी होगी, आइसोसेलेस ट्रायंगल होगी। तो मैं इदा दी एक होर सैट स्क्वेयर लवांगी, ले लिया, तो मेरे को मैनू की बोलना, आइडेंटिकल सैट स्क्वेयर्स या कंगरूएंट राइट एंगल्ड आइसोसेलेस ट्रायंगल्स। राइट, क्या इन्हों हुण इन्हां ते किहड़ा ऑपरेशन लगाइए, किहड़ा मोड सैट करिए, इन्हों किहड़ा वे दईए तां जो ये तुहाडे कोल एक स्क्वेयर बना देन। देखो मैं की कीता, मैं पिन सैटअप कीती ते फिर मैं इनू की कीता, फ्रीली रोटेट किया इहदे नाल, ते मेरे को की बन गया, अल्टीमेटली एक स्क्वेयर बन गया। ध्यान देखो एक स्क्वेयर बनता पाया। ठीक है, तो एक वे की है स्क्वेयर नूं बनाउण दा, रोटेशन। ठीक, हुण अगला देखो,
ਨੈਕਸਟ ਅਸੀਂ ਕੀ ਕਰ ਸਕਦੇ ਹਾਂ, ਅਸੀਂ ਇਸ ਨੂੰ ਸਿੰਪਲੀ ਸਪੋਜ਼ ਜਿੱਦਾਂ ਹੁਣ ਮੇਰੇ ਕੋਲੇ ਇਹ ਸੈਟ ਸਕੇਅਰ ਦਿਖਦੇ ਪਏ, ਸੇਮ ਇਹੀ ਚੀਜ਼ ਹੈ ਪਰ ਉਹਦਾ ਇੱਕ ਛੋਟਾ ਰੂਪ ਹੈ ਤੁਹਾਡੇ ਸਾਹਮਣੇ। ਮੈਂ ਕੀ ਕਰ ਸਕਦੀ ਹਾਂ, ਮੈਂ ਸਿੰਪਲ ਪੇਪਰ ਫੋਲਡਿੰਗ ਦੇ ਨਾਲ ਇਹਨੂੰ ਬਣਾ ਸਕਦੀ ਹਾਂ, ਬਣਾ ਲਿਆ। ਇਸ ਤੋਂ ਇਲਾਵਾ ਰਿਫਲੈਕਸ਼ਨ ਦੇ ਨਾਲ ਵੀ ਬਣ ਸਕਦਾ। ਕੀ ਕਰੀਏ, ਇੱਥੇ ਮਿਰਰ ਪਲੇਸ ਕਰੀਏ, ਮਿਰਰ ਦੇ ਵਿੱਚ ਇਹਦੀ ਇਮੇਜ ਦੇਖੀਏ, ਠੀਕ ਹੈ। ਦੇਖੋ ਹੁਣ ਦੇਖੋ ਫਰਦਰ ਜੋ ਹੈ, ਫਰਦਰ ਆਪਾਂ ਕਰਨੀ ਆ ਸਕੇਅਰ ਦੀਆਂ ਪ੍ਰੋਪਰਟੀਜ਼। ਸਕੇਅਰ ਦੀਆਂ ਪ੍ਰੋਪਰਟੀਜ਼ ਨੂੰ ਸਮਝਣ ਵਾਸਤੇ ਮੇਰੇ ਕੋਲ ਇਹ ਮਾਡਲ ਪਿਆ, ਠੀਕ ਹੈ। ਹੁਣ ਧਿਆਨ ਨਾਲ ਦੇਖੋ, ਅਗੇਨ ਇਹ ਰਿਫਲੈਕਸ਼ਨ ਦੇ ਨਾਲ ਹੀ ਬਣਾਇਆ ਸਕੇਅਰ, ਠੀਕ। ਕੀ ਕੀਤਾ ਮੈਂ, 4 ਆਇਡੈਂਟੀਕਲ ਸੈਟ ਸਕੇਅਰਸ ਯੂਜ਼ ਕਰ ਲਏ। ਹੁਣ ਆਇਡੈਂਟੀਕਲ ਮੀਨਸ ਸਾਰਿਆਂ ਦੀਆਂ ਸਾਈਡਸ ਜਿਹੜੀਆਂ ਆਊਟਰ ਸਾਈਡਸ ਨੇ ਉਹ ਸੇਮ ਹੋਣਗੀਆਂ, ਤਾਂ ਸਕੇਅਰ ਦੀਆਂ ਵੀ ਸਾਰੀਆਂ ਸਾਈਡ ਸੇਮ ਹੁੰਦੀਆਂ ਨੇ। ਹਰ ਐਂਗਲ ਜੋ ਹੁੰਦਾ ਹੈ, ਜਿਹੜਾ ਹਰ ਐਂਗਲ ਹੁੰਦਾ ਉਹ 90 ਡਿਗਰੀ ਦਾ ਹੁੰਦਾ ਹੈ, ਠੀਕ ਹੈ ਜੀ। ਇਸ ਤੋਂ ਇਲਾਵਾ ਹੁਣ ਆਉਂਦੀ ਹੈ ਡਾਇਗਨਲਸ ਦੀ ਗੱਲ। ਜੇਕਰ ਸਕੇਅਰ ਦੇ ਡਾਇਗਨਲਸ ਦੀ ਗੱਲ ਕਰੀਏ ਤਾਂ ਸਕੇਅਰ ਦੇ ਜਿਹੜੇ ਡਾਇਗਨਲਸ ਨੇ ਇੱਕ ਦੂਸਰੇ ਦੇ ਰਾਈਟ ਬਾਈਸੈਕਟਰ ਹੁੰਦੇ ਨੇ, ਅਸੀਂ ਇਹ ਕਹਿੰਦੇ ਆ, ਠੀਕ ਹੈ। ਰਾਈਟ ਬਾਈਸੈਕਟਰ ਦਾ ਮਤਲਬ ਜਦੋਂ ਇੱਕ ਦੂਸਰੇ ਦੇ ਵਿੱਚੋਂ ਪਾਸ ਕਰਕੇ ਜਾਂਦੇ ਆ, ਇੱਕ ਤਾਂ ਉਹ ਇਕੁਅਲ ਪਾਰਟਸ ਦੇ ਵਿੱਚ ਡਿਵਾਈਡ ਕਰ ਦਿੰਦੇ ਆ ਤੇ ਨਾਲ ਦੀ ਨਾਲ ਕਿੰਨੇ ਦਾ ਐਂਗਲ ਬਣਾਉਂਦੇ ਆ, 90 ਡਿਗਰੀ ਦਾ ਐਂਗਲ ਬਣਾਉਂਦੇ ਆ, ਦ ਪੁਆਇੰਟ ਆਫ देयर ਇੰਟਰਸੈਕਸ਼ਨ। ਇਸ ਤੋਂ ਇਲਾਵਾ ਜਿਹੜੇ ਸਕੇਅਰ ਦੇ ਸਾਡੇ ਕੋਲ ਡਾਇਗਨਲਸ ਨੇ, ਸਕੇਅਰ ਦੇ ਡਾਇਗਨਲਸ ਦੀ ਜਿਹੜੀ ਲੈਂਥ ਹੈ ਉਹ ਵੀ ਕੀ ਹੈ, ਇਕੁਅਲ ਹੈ। ਦੇਖੋ ਇਹਨੂੰ ਕਵਰ ਕੀਤਾ ਹੋਇਆ, ਤਾਂ ਮੀਨਸ ਜੋ ਇਹ ਵੈਲਿਊ ਹੈ ਉਹੀ ਵੈਲਿਊ ਇੱਧਰ ਹੈ ਸਾਡੇ ਕੋਲ, ਹੈ ਨਾ। ਤਾਂ ਸਿਮਿਲਰਲੀ ਇਹ ਵਾਲਾ ਡਾਇਗਨਲ ਵੀ ਇਕੁਅਲ ਹੋਊਗਾ, ਠੀਕ ਹੈ। तो ये सारिया स्केयर ਦੀਆਂ प्रॉपर्टीज ਸੀਗੀਆਂ। ਇਸ ਤੋਂ ਬਾਅਦ ਅਸੀਂ ਹੁਣ 3.3 ਨੂੰ ਕਰਾਂਗੇ। ਵੀਡੀਓ ਦੇ ਸਟਾਰਟਿੰਗ ਦੇ ਵਿੱਚ ਮੈਂ ਇੱਕ ਸਰਟੀਫਿਕੇਟ ਪਾਇਆ ਹੈ। ਉਹ ਸਰਟੀਫਿਕੇਟ ਮੈਨੂੰ ਸੈਸ਼ਨ 2015-16 ਵਿੱਚ 44th ਸਟੇਟ ਸਾਇੰਸ ਐਂਡ ਮੈਥ ਐਗਜ਼ੀਬਿਸ਼ਨ 'ਚ ਪਾਰਟੀਸਪੇਟ ਕਰਨ 'ਤੇ ਮਿਲਿਆ ਸੀ। ਉਸ ਦੌਰਾਨ ਮੈਂ ਮੇਰੇ ਸਕੂਲ ਦੀ ਇੱਕ ਸਟੂਡੈਂਟ ਮਨੀਸ਼ਾ, ਉਹ ਜੋ ਪੰਜਾਬੀ ਮੀਡੀਅਮ ਦੀ ਸੀ, ਉਹਦੇ ਨਾਲ ਮਿਲ ਕੇ ਐਜ਼ ਅ ਟੀਮ ਅਸੀਂ ਕੰਮ ਕੀਤਾ ਸੀ। ਤਾਂ ਅਸੀਂ ਇਹ ਕਹਿ ਸਕਦੇ ਹਾਂ ਸਾਡੀ ਲਾਈਫ ਦਾ ਇੱਕ ਪ੍ਰਾਊਡ ਮੂਮੈਂਟ ਸੀ, ਜਦੋਂ ਅਸੀਂ 6 ਸਾਲ ਬਾਅਦ ਉਸ ਸੈਸ਼ਨ ਦੇ ਵਿੱਚ 6 ਸਾਲ ਬਾਅਦ ਡਿਸਟ੍ਰਿਕਟ ਹੁਸ਼ਿਆਰਪੁਰ ਨੇ ਪੰਜਾਬ ਨੂੰ ਮੁੜ ਕੇ ਵਿਨਰ ਬਣਾਇਆ ਸੀ। ਤਾਂ ਇਹ ਮੇਰਾ ਪ੍ਰਾਊਡ ਮੂਮੈਂਟ ਸੀ। ਇਸ ਤੋਂ ਬਾਅਦ ਅਸੀਂ ਐਕਸਰਸਾਈਜ਼ 3.3 ਕਰਾਂਗੇ। ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਔਰ ਇਹਦੇ ਵਿੱਚ 6th 8th ਔਰ ਬਾਕੀ ਜਿੰਨੀਆਂ ਵੀ ਵੀਡੀਓਜ਼, ਜਿਹੜੀ ਵੀ ਕਲਾਸਿਸ ਵਾਸਤੇ ਵੀਡੀਓਜ਼ ਪਾ ਰਹੇ ਆ, ਉਹਨਾਂ ਨੂੰ ਵੱਧ ਤੋਂ ਵੱਧ ਸਟੂਡੈਂਟਸ ਦੇ ਨਾਲ ਸ਼ੇਅਰ ਕਰੋ, ਤਾਂ ਜੋ ਉਹ ਆਪਣੀ ਬੁੱਕ ਤੋਂ ਤਾਂ ਪੜ੍ਹ ਕੇ ਸਿੱਖਣ ਹੀ ਸਿੱਖਣ। ਇਸ ਤੋਂ ਇਲਾਵਾ ਉਹਨਾਂ ਦੇ ਕੋਲ ਹੋਰ ਵੀ ਬਹੁਤ ਸਾਰੇ